ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ਦੇ ਵਿੱਚ 12ਵੀਂ ਜਮਾਤ ਦੇ ਸਿੱਖਿਆਰਥੀਆਂ ਦਾ ਸਵਾਗਤ। ਅੱਜ ਅਸੀਂ ਪਾਠ 2 ਭਾਵ ਖੇਡ ਸਿਖਲਾਈ ਸਪੋਰਟਸ ਟ੍ਰੇਨਿੰਗ ਇਹਦੇ ਬਾਰੇ ਜਿਹੜਾ ਤੁਹਾਡਾ ਚੈਪਟਰ ਹੈ ਉਹਨੂੰ ਜਾਣਾਂਗੇ। ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਹੈ ਕਿ ਖੇਡ ਸਿਖਲਾਈ ਜਿਹੜਾ ਚੈਪਟਰ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਅਸੀਂ ਪੜ੍ਹਾਂਗੇ। ਆਓ ਇਹਨੂੰ ਪੜ੍ਹਨਾ ਸ਼ੁਰੂ ਕਰੀਏ। ਸਿੱਖਿਆਰਥੀ ਆਪਦੀ ਸਕਰੀਨ 'ਤੇ ਦੇਖ ਰਹੇ ਨੇ ਕਿ ਜਿਵੇਂ ਕਿ ਇਹ 'ਚ ਲਿਖਿਆ, ਇਸ ਧਰਤੀ 'ਤੇ ਮਨੁੱਖ ਦੀ ਹੋਂਦ ਆਦਿਕਾਲ ਤੋਂ ਸੱਭਿਅਤਾ ਤੱਕ ਦਾ ਸਫ਼ਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕੀਤੀ ਹੈ। ਦੇਖੋ, ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਫੌਜੀਆਂ ਨੂੰ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਜਿਹੜੀ ਆ ਦਿੱਤੀ ਜਾਂਦੀ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਕੰਪੀਟੀਸ਼ਨ ਸੀਗਾ ਉਹਦੇ ਪੱਧਰ ਇੰਨੇ ਜ਼ਿਆਦਾ ਵਿਸਤ੍ਰਿਤ ਨਹੀਂ ਸੀ, ਇੰਨੇ ਜ਼ਿਆਦਾ ਵਿਸਥਾਰ ਨਾਲ ਉਹਨਾਂ 'ਤੇ ਵਿਚਾਰ ਚਰਚਾ ਕਰਨ ਦੀ ਲੋੜ ਨਹੀਂ ਹੁੰਦੀ ਸੀ। ਲੇਕਿਨ ਹੁਣ ਜਿਹੜਾ ਅੱਜ ਦਾ ਯੁੱਗ ਹੈ ਇਹਦੇ 'ਚ ਕੰਪੀਟੀਸ਼ਨ ਬੜਾ ਵਿਸ਼ਾਲ ਹੋਇਆ। ਇਹਦੇ 'ਚ ਇਕੱਲੇ ਕਿਸ ਖਿਡਾਰੀ ਨੂੰ ਅਸੀਂ ਸਰੀਰਕ ਤੌਰ ਦੇ ਉੱਤੇ ਫਿੱਟ ਕਰਕੇ ਜਾਂ ਕੁਝ ਉਹਦਾ ਅਭਿਆਸ ਕਰਾ ਕੇ ਹੀ ਉਹਨੂੰ ਖੇਡਾਂ ਦੇ ਵਿੱਚ ਨਹੀਂ ਉਤਾਰ ਸਕਦੇ, ਬਲਕਿ ਖੇਡ ਸਿਖਲਾਈ ਜਿਹੜੀ ਹੈ ਆਪਣੇ ਆਪ 'ਚ ਇੱਕ ਬਹੁਤ ਵੱਡਾ ਸੰਕਲਪ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਖੇਡਾਂ ਦੇ ਸਿਧਾਂਤ ਆ ਜਾਂਦੇ ਨੇ, ਫਿਰ ਉਸ ਤੋਂ ਬਾਅਦ ਖਿਡਾਰੀ ਦੀ ਫਿਟਨੈਸ ਆ ਜਾਂਦੀ ਹੈ, ਫਿਟਨੈਸ ਵਿੱਚ ਸਰੀਰਕ ਮਾਨਸਿਕ ਫਿਟਨੈਸ ਆ ਜਾਂਦੀ ਹੈ। ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਵਾਤਾਵਰਨ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਕਿਵੇਂ ਖੇਡਣਾ, ਕਦੋਂ ਖੇਡਣਾ, ਕਿਹੜੀ ਗੇਮ ਕਿਵੇਂ ਦਿਖਾਉਣੀ ਹੈ, ਇਹ ਸਾਰਾ ਕੁਝ ਜਿਹੜਾ ਹੈ ਇਹ ਇਸ ਟ੍ਰੇਨਿੰਗ ਦਾ ਪਾਰਟ, ਸਿਖਲਾਈ ਦਾ ਪਾਰਟ ਮੰਨਿਆ ਜਾਂਦਾ ਹੈ। ਹੁਣ ਇਹ ਸਾਰੀ ਜਿਹੜੀ ਸਲਾਈਡ ਹੈ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ, ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ, ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕਲਪ ਹੈ। ਠੀਕ ਹੈ, ਕੇਵਲ ਕਸਰਤਾਂ ਜਾਂ ਅਭਿਆਸ ਨਾਲ ਖਿਡਾਰੀ ਦੇ ਪ੍ਰਦਰਸ਼ਨ ਨੂੰ ਵਧੀਆ ਨਹੀਂ ਬਣਾਇਆ ਜਾ ਸਕਦਾ, ਸਗੋਂ ਖਿਡਾਰੀ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਬਹੁਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ, ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤੇ ਹੈ। ਖੇਡ ਸੰਬੰਧੀ ਹਦਾਇਤਾਂ ਨੇ, ਇੰਸਟਰਕਸ਼ਨਸ, ਖਿਡਾਰੀ ਦੀ ਪ੍ਰਗਤੀ ਪ੍ਰਾਪਤੀ ਕੀ ਹੈ, ਉਹਦੀ ਡਾਈਟ ਕਿਸ ਤਰ੍ਹਾਂ ਦੀ ਹੈ, ਮਨੋਵਿਗਿਆਨਕ ਤੌਰ 'ਤੇ ਉਹ ਕਿਵੇਂ ਆ, ਇਹਨਾਂ ਸਾਰਿਆਂ ਪੱਖਾਂ ਨੂੰ ਅਸੀਂ ਮੁੱਖ ਰੱਖ ਕੇ ਚੱਲਦੇ ਹਾਂ, ਤਾਂ ਸਾਡਾ ਜਿਹੜਾ ਟ੍ਰੇਨਿੰਗ ਦਾ ਸੰਕਲਪ ਹੈ ਉਹ ਪੂਰਾ ਹੁੰਦਾ। ਹੁਣ ਖੇਡ ਸਿਖਲਾਈ ਜਿਹੜੀ ਹੈ ਉਹਦੀ ਪਰਿਭਾਸ਼ਾ ਦੇਖੋ ਤੁਸੀਂ। ਹੁਣ ਕਿਹੜੇ ਮਾਰਟਿਨ ਜਿਹੜਾ ਹੈ ਉਹ ਕੀ ਕਹਿ ਰਿਹਾ, ਖੇਡ ਸਿਖਲਾਈ ਟੀਚੇ ਨੂੰ ਹਾਸਲ ਕਰਨ ਲਈ ਭਾਵ ਇੱਕ ਟਾਰਗੇਟ ਨੂੰ ਹਾਸਲ ਕਰਨ ਲਈ ਨਿਯੋਜਿਤ ਭਾਵ ਵਿਉਂਤੇ ਤਰੀਕੇ ਨਾਲ, ਕੰਟਰੋਲ ਤਰੀਕੇ ਨਾਲ ਨਿਯੰਤਰਿਤ ਪ੍ਰਕਿਰਿਆ ਹੈ, ਜਿਸ ਵਿੱਚ ਉਪਾਅ ਅਤੇ ਸੰਗਠਨ ਦੇ ਸੁਮੇਲ ਨਾਲ ਗਤੀਸ਼ੀਲ ਪ੍ਰਦਰਸ਼ਨ ਅਤੇ ਵਿਹਾਰ ਵਿੱਚ ਪਰਿਵਰਤਨ ਲਿਆਂਦਾ ਜਾਂਦਾ ਹੈ। ਫਿਰ ਖੇਡ ਸਿਖਲਾਈ ਜਿਹੜੀ ਹੈ ਇਹਦੇ ਕੁਝ ਉਦੇਸ਼ ਨੇ। ਠੀਕ ਹੈ, ਕੀ ਉਦੇਸ਼ ਨੇ ਖੇਡ ਸਿਖਲਾਈ ਦੇ? ਉਦੇਸ਼ ਹੈ ਜੀ, ਪਹਿਲਾ ਹੈ ਸਰੀਰਕ ਬਣਤਰ। ਖਿਡਾਰੀ ਦੀ ਤਰੱਕੀ ਉਸਦੀ ਸਰੀਰਕ ਬਣਤਰ ਉੱਪਰ ਨਿਰਭਰ ਕਰਦੀ ਹੈ, ਪਰ ਖੇਡ ਸਿਖਲਾਈ ਨਾਲ ਸਰੀਰਕ ਬਣਤਰ ਵਿੱਚ ਜ਼ਿਆਦਾ ਤਬਦੀਲੀ ਨਹੀਂ ਕੀਤੀ ਜਾ ਸਕਦੀ। ਖਿਡਾਰੀ ਦੀ ਸਰੀਰਕ ਬਣਤਰ ਉਸਦੇ ਵੰਸ਼ਿਕ ਗੁਣਾਂ ਜੋ ਹੈਰੀਡਿਟੀ ਵਿੱਚੋਂ ਆਪਣੇ ਉਹ ਹਾਸਲ ਕਰਦਾ ਹੈ ਉਹਦੇ 'ਤੇ ਨਿਰਭਰਿਤ ਹੁੰਦੀ ਹੈ, ਪਰ ਉਸ ਬਣਤਰ ਨੂੰ ਕਿਸ ਤਰੀਕੇ ਨਾਲ ਅਸੀਂ ਵਰਤੋਂ ਵਿੱਚ ਲੈ ਕੇ ਆਉਣਾ, ਇਹ ਸਿਖਲਾਈ ਦੇ ਉੱਤੇ ਲਾਗੂ ਹੁੰਦਾ। ਜਿਵੇਂ ਤੁਸੀਂ ਪਿੱਛੇ ਜਿਹੇ ਅਖਬਾਰਾਂ ਦੇ ਵਿੱਚ ਚਰਚਾ ਕਈ ਸਾਲ ਪਹਿਲਾਂ ਸੁਣੀ ਹੋਣੀ ਹੈ ਕਿ ਮੁਥਈਆ ਮੁਰਲੀਧਰਨ ਜਿਹੜੇ ਦੁਨੀਆ ਦੇ ਸਭ ਤੋਂ ਜ਼ਿਆਦਾ ਵੱਧ ਵਿਕਟਾਂ ਲੈਣ ਵਾਲੇ ਟੈਸਟ ਬੌਲਰ ਨੇ ਸ਼੍ਰੀਲੰਕਾ ਦੇ, ਉਹਨਾਂ ਦੀ ਜਿਹੜੀ ਬਾਂਹ ਹੈ ਉਹਦੇ ਵਿੱਚ ਹਲਕਾ ਜਿਹਾ ਵਿੰਗ ਸੀ, ਅਤੇ ਉਹ ਸਿਖਲਾਈ ਉਹਨਾਂ ਨੂੰ ਇਸ ਤਰੀਕੇ ਦੀ ਦਿੱਤੀ ਗਈ ਕਿ ਉਹ ਜਿਹੜਾ ਵਿੰਗ ਸੀ ਉਹਨਾਂ ਨੂੰ ਗੇਂਦ ਟਰਨ ਕਰਾਉਣ ਦੇ ਵਿੱਚ ਕਾਮਯਾਬ ਹੋਣ ਲੱਗਾ, ਤਾਂ ਇੱਕ ਬਹੁਤ ਵੱਡੇ ਮਹਾਨ ਸਪਿਨਰ ਬਣ ਗਏ। ਸੋ ਸਰੀਰਕ ਬਣਤਰ ਦੇ ਵਿੱਚ ਜੇ ਚੰਗੀ ਸਿਖਲਾਈ ਜੁੜ ਜਾਵੇ ਤਾਂ ਇਹਦਾ ਕਾਫੀ ਜ਼ਿਆਦਾ ਫਾਇਦਾ ਹੁੰਦਾ। ਜੇ ਕਿਸੇ ਦੀ ਬਣਤਰ ਦੇ ਵਿੱਚ ਕੋਈ ਥੋੜ੍ਹੀ ਬਹੁਤ ਸਮੱਸਿਆ ਵੀ ਹੈ ਤਾਂ ਉਹਨੂੰ ਕਿਵੇਂ ਯੂਟੀਲਾਈਜ਼ ਕੀਤਾ ਜਾ ਸਕਦਾ, ਸਿਖਲਾਈ ਦੇ ਨਾਲ ਆਦਮੀ ਇਸ ਚੀਜ਼ ਨੂੰ ਸਿੱਖ ਲੈਂਦਾ। ਦੂਜੇ ਨੰਬਰ ਦੇ ਉੱਤੇ ਤੁਹਾਡੇ ਕੋਲ ਸਾਹਮਣੇ ਸਕਰੀਨ 'ਤੇ ਹੈ ਸਰੀਰਕ ਯੋਗਤਾ। ਸਰੀਰਕ ਯੋਗਤਾ 5 ਤੱਤਾਂ ਗਤੀ, ਤਾਕਤ, ਸਹਿਣਸ਼ੀਲਤਾ, ਲਚਕ ਅਤੇ ਤਾਲਮੇਲ ਦਾ ਸੁਮੇਲ ਹੈ। ਸਰੀਰਕ ਯੋਗਤਾ ਦੇ ਇਹਨਾਂ ਤੱਤਾਂ ਵਿੱਚ ਸੁਧਾਰ ਕਰਨਾ ਖੇਡ ਸਿਖਲਾਈ ਦਾ ਇੱਕ ਮੁੱਖ ਉਦੇਸ਼ ਹੈ। ਠੀਕ ਹੈ, ਜਿਵੇਂ ਜੂਡੋ, ਮੁੱਕੇਬਾਜ਼ੀ ਆਦਿ ਵਿੱਚ ਤਾਕਤ, ਗਤੀ ਅਤੇ ਤਾਲਮੇਲ ਦੀ ਲੋੜ ਵਧੇਰੇ ਹੁੰਦੀ ਹੈ। ਸਰੀਰਕ ਯੋਗਤਾ ਦੇ ਇਹਨਾਂ ਤੱਤਾਂ ਵਿੱਚ ਸੁਧਾਰ ਕਰਨ ਲਈ ਖੇਡ ਦੇ ਅਨੁਸਾਰ ਵੱਖ-ਵੱਖ ਪ੍ਰਕਾਰ ਦੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ। ਫਿਰ ਆ ਜਾਂਦੀ ਹੈ ਟੈਕਨੀਕਲ ਸਕਿੱਲ, ਤਕਨੀਕੀ ਮਹਾਰਤ। ਹਰੇਕ ਖਿਡਾਰੀ ਵਿੱਚ ਕਈ ਤਰ੍ਹਾਂ ਦੀਆਂ ਚਾਲਕ ਕਿਰਿਆਵਾਂ, ਠੀਕ ਹੈ, ਮੋਟਰ ਐਕਸ਼ਨਸ ਸ਼ਾਮਲ ਹੁੰਦੇ ਨੇ। ਖਿਡਾਰੀ ਦਾ ਪ੍ਰਦਰਸ਼ਨ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਖਿਡਾਰੀ ਇਹਨਾਂ ਕਿਰਿਆਵਾਂ ਨੂੰ ਕਿਹੜੇ ਤਰੀਕੇ ਨਾਲ ਵਰਤੋਂ ਵਿੱਚ ਲੈ ਕੇ ਆਉਂਦਾ ਹੈ। ਅੱਜ ਖੇਡਾਂ ਵਿੱਚ ਖਿਡਾਰੀ ਦੀ ਤਕਨੀਕੀ ਸਿਖਲਾਈ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਖਿਡਾਰੀ ਖੇਡ ਕਿਰਿਆਵਾਂ ਨੂੰ ਮਹਾਰਤ ਭਾਵ ਮਾਹਰਾਨਾ ਤਰੀਕੇ ਨਾਲ ਹਾਸਲ ਕਰ ਸਕੇ। ਫਿਰ ਆ ਗਈ ਆ ਟੈਕਨੀਕਲ ਐਫੀਸ਼ੀਐਂਸੀ।
ਖੇਡਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਖਿਡਾਰੀ ਦਾ ਤੇਜ਼ ਤਰਾਰ ਹੋਣਾ ਜਾਂ ਦੂਜੇ ਸ਼ਬਦਾਂ ਵਿੱਚ ਚੁਸਤ ਚਲਾਕ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਟੈਕਨੀਕਲੀ ਵੀ ਉਹਨੂੰ ਬਹੁਤ ਤਰੀਕੇ ਨਾਲ ਸਾਊਂਡ ਕੀਤਾ ਜਾਂਦਾ ਹੈਗਾ, ਉਹਦੀ ਕੁਸ਼ਲਤਾ ਨੂੰ ਵਧਾਇਆ ਜਾਂਦਾ। ਫਿਰ ਆਇਆ ਸਮੁੱਚੀ ਸ਼ਖਸੀਅਤ ਦਾ ਵਿਕਾਸ। ਇਕੱਲਾ ਸਰੀਰਕ ਪੱਖ ਨਹੀਂ, ਉਹਦਾ ਮਾਨਸਿਕ, ਸਮਾਜਿਕ, ਸੱਭਿਆਚਾਰਕ, ਕਈ ਤਰ੍ਹਾਂ ਦਾ ਭਾਵਨਾਤਮਕ ਜਿਹੜਾ ਪੱਖ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਤਰੀਕੇ ਨਾਲ ਉਹਨੂੰ ਸਿਖਲਾਈ ਦਿੱਤੀ ਜਾਂਦੀ ਹੈ। ਟੀਮ 'ਚ ਰਹਿਣਾ ਕਿਵੇਂ ਆ, ਗੱਲ ਕਰਨੀ ਕਿਵੇਂ ਆ, ਗੇਮ ਖੇਡਣੀ ਕਿਵੇਂ ਆ, ਖੇਡ ਦੇ ਦੌਰਾਨ ਕਿਸੇ ਨਾਲ ਕਿਸ ਤਰੀਕੇ ਦਾ ਵਿਹਾਰ ਕਰਨਾ, ਕਿਹੜੇ ਕਿਹੜੇ ਜੈਸਚਰ ਦੇਣੇ ਆ। ਖਿਡਾਰੀ ਦੀ ਕਾਮਯਾਬੀ ਉਸਦੇ ਦਿਮਾਗ ਵਿਕਾਸ, ਉਸਦੀਆਂ ਆਦਤਾਂ ਉੱਪਰ ਵੀ ਨਿਰਭਰ ਕਰਦੀ ਹੈ। ਖਿਡਾਰੀ ਦੀ ਖੇਡ ਰੁਚੀ, ਖੇਡ ਦਾ ਮਨੋਰਥ, ਰਵੱਈਆ ਆਦਿ ਕਈ ਪੱਖ ਹਨ। ਸੋ ਸਮੁੱਚੇ ਤੌਰ ਦੇ ਉੱਤੇ ਸਮੁੱਚੀ ਸ਼ਖਸੀਅਤ ਦਾ ਵਿਕਾਸ ਵੀ ਇਸ ਟ੍ਰੇਨਿੰਗ ਦਾ ਹਿੱਸਾ ਹੁੰਦਾ ਹੈ। ਖੇਡ ਸਿਖਲਾਈ ਦੇ ਸਿਧਾਂਤ। ਹੁਣ ਆ ਗਿਆ ਪ੍ਰਿੰਸੀਪਲਸ ਆਫ ਸਪੋਰਟਸ ਟ੍ਰੇਨਿੰਗ। ਖੇਡ ਸਿਖਲਾਈ ਦਿੰਦੇ ਸਮੇਂ ਅਭਿਆਸ ਦੁਆਰਾ ਖਿਡਾਰੀ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਕਿ ਖਿਡਾਰੀ ਖੇਡ ਮੁਕਾਬਲੇ ਦੌਰਾਨ ਵਧੀਆ ਪ੍ਰਦਰਸ਼ਨ ਦਿਖਾ ਸਕਣ। ਠੀਕ ਹੈ ਜੀ। ਹੁਣ ਖੇਡ ਸਿਖਲਾਈ ਦੇ ਵੱਖ-ਵੱਖ ਸਿਧਾਂਤ ਕਿਹੜੇ ਆ ਜੀ? ਪਹਿਲਾ ਹੈ ਪ੍ਰਿੰਸੀਪਲ ਆਫ ਕੰਟੀਨਿਊਟੀ, ਨਿਰੰਤਰਤਾ ਦਾ ਸਿਧਾਂਤ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜੇ ਗਰਾਊਂਡ ਜਾਂਦੇ ਹੋ ਜਾਂ ਕੋਈ ਵੀ ਐਕਟੀਵਿਟੀ ਕਰਦੇ ਹੋ, ਉਹਦੇ ਵਿੱਚ ਪਹਿਲਾ ਸਿਧਾਂਤ ਇਹ ਹੈ ਕਿ ਅਸੀਂ ਨਿਰੰਤਰਤਾ ਵਿੱਚ ਰਹੀਏ। ਇਹ ਲਗਾਤਾਰਤਾ ਵਿੱਚ ਚੀਜ਼ ਚੱਲਦੀ ਰਹੇ, ਇਹ ਨਾ ਹੋਵੇ ਅੱਜ ਗਏ ਕੱਲ੍ਹ ਨਹੀਂ। ਦੂਜਾ ਹੈ ਵਾਧੂ ਭਾਰ ਦਾ ਸਿਧਾਂਤ। ਵਾਧੂ ਭਾਰ ਦਾ ਸਿਧਾਂਤ ਇਹ ਹੈ ਕਿ ਖੇਡ ਸਿਖਲਾਈ ਦੌਰਾਨ ਖਿਡਾਰੀ ਦੀ ਸਮਰੱਥਾ ਨੂੰ ਵਧਾਉਣ ਲਈ ਉਚਿਤ ਵਾਧੂ ਭਾਰ ਦੇਣਾ ਚਾਹੀਦਾ। ਇਹ ਨਹੀਂ ਕਿ ਉਹਦੇ 'ਤੇ ਬਿਨਾਂ ਮਤਲਬ ਅਸੀਂ ਉਹਨੂੰ ਓਵਰ ਟ੍ਰੇਨਿੰਗ ਦੇ ਦਈਏ, ਲੇਕਿਨ ਹਾਂ ਜਿੰਨਾ ਕੁ ਸਹਿ ਸਕਦਾ ਥੋੜ੍ਹਾ ਉਹਦੇ 'ਤੇ ਵੱਧ ਭਾਰ ਪਾਉਂਦੇ ਜਾਈਏ ਤਾਂ ਕਿ ਉਹ ਜਦੋਂ ਵੀ ਉਹਦਾ ਕੋਈ ਕੰਪੀਟੀਸ਼ਨ ਆਵੇ ਤਾਂ ਉਹਦੇ ਵਿੱਚ ਉਹ ਲੋੜ ਜੋਗਾ ਪ੍ਰਦਰਸ਼ਨ ਚੰਗੀ ਤਰ੍ਹਾਂ ਅਤੇ ਆਸਾਨੀ ਨਾਲ ਕਰ ਸਕੇ। ਤੀਜਾ ਹੈ ਇਕਸਾਰਤਾ ਅਤੇ ਵਖਰੇਵੇਂ ਦਾ ਸਿਧਾਂਤ। ਠੀਕ ਹੈ, ਇਹਦੇ ਵਿੱਚ ਕੀ ਹੈ? ਇਸ ਸਿਖਲਾਈ ਦਾ ਉਦੇਸ਼ ਸਾਰੇ ਖਿਡਾਰੀਆਂ ਲਈ ਇੱਕ ਹੋਣਾ ਚਾਹੀਦਾ ਹੈ। ਸਾਰੇ ਖਿਡਾਰੀਆਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ, ਪਰ ਸਿਖਲਾਈ ਦੌਰਾਨ ਖਿਡਾਰੀਆਂ ਵਿਚਲੇ ਵਿਅਕਤੀਗਤ ਅੰਤਰ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਮੰਨ ਲਓ ਇੱਕ ਕੋਚ ਹੈ, ਉਹ ਇੱਕ ਟੀਮ ਨੂੰ ਤਿਆਰੀ ਦੇ ਰਿਹਾ, ਪੂਰੀ ਤਿਆਰੀ ਕਰਾ ਰਿਹਾ, ਲੇਕਿਨ ਨਾਲ ਉਹ ਦੇਖੂਗਾ ਕਿ ਕਿਸੇ ਖਿਡਾਰੀ ਵਿੱਚ ਕੋਈ ਵੱਖਰੀ ਤਰ੍ਹਾਂ ਦੀ ਐਬਿਲਿਟੀ ਹੈ ਜਾਂ ਕੋਈ ਵੱਖਰੀ ਤਰ੍ਹਾਂ ਦੀ ਕਮੀ ਹੈ। ਸੋ ਉਸ ਨੂੰ ਇੱਕ ਵਖਰੇਵੇਂ ਦੇ ਸਿਧਾਂਤ ਰਾਹੀਂ ਉਹਨੂੰ ਵੱਖਰੇ ਤਰੀਕੇ ਨਾਲ ਵੀ ਅਲੱਗ ਤੋਂ ਸਿਖਾਇਆ ਜਾਊਗਾ। ਠੀਕ ਹੈ। ਫਿਰ ਆ ਜਾਂਦਾ ਵਿਗਿਆਨਕ ਅਤੇ ਵਿਸ਼ਿਸ਼ਟ ਸਿਖਲਾਈ। ਠੀਕ ਹੈ, ਸਾਇੰਟੀਫਿਕ ਅਤੇ ਸਿਸਟੇਮੈਟਿਕ ਟ੍ਰੇਨਿੰਗ ਜਿਹੜੀ ਆ ਇਹਦੇ ਵਿੱਚ ਦਿੱਤੀ ਜਾਂਦੀ ਹੈ। ਵਿਗਿਆਨਕ ਢੰਗਾਂ ਰਾਹੀਂ ਦਿੱਤੀ ਗਈ ਸਿਖਲਾਈ ਨਾਲ ਖਿਡਾਰੀਆਂ ਵਿੱਚ ਸਾਰਥਕ ਤਬਦੀਲੀਆਂ ਆਉਂਦੀਆਂ ਹਨ। ਵੱਖ-ਵੱਖ ਖੇਡਾਂ ਦੇ ਖੇਡ ਕੌਸ਼ਲ ਵਿੱਚ ਅੰਤਰ ਹੋਣ ਕਾਰਨ ਹਰੇਕ ਖਿਡਾਰੀ ਦੀ ਸਿਖਲਾਈ ਵਿਧੀ ਵੀ ਵੱਖਰੀ ਹੋਣੀ ਚਾਹੀਦੀ ਹੈ। ਖਿਡਾਰੀ ਲਈ ਉਸ ਦੀ ਖੇਡ ਨਾਲ ਸੰਬੰਧਿਤ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵੀ ਤਿਆਰ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਆਰਾਮ ਦਾ ਸਿਧਾਂਤ, ਪ੍ਰਿੰਸੀਪਲ ਆਫ ਰੈਸਟ। ਹੁਣ ਜੇ ਸਿਰਫ ਖੇਡੀ ਜਾਵੇ ਲੇਕਿਨ ਆਰਾਮ ਨਾ ਕਰੇ ਤਾਂ ਉਹ ਖਿਡਾਰੀ ਕਦੇ ਵੀ ਚੰਗਾ ਖਿਡਾਰੀ ਜਾਂ ਲੰਮੇ ਸਮੇਂ ਤੱਕ ਦਾ ਵਧੀਆ ਖਿਡਾਰੀ ਨਹੀਂ ਬਣ ਸਕਦਾ। ਸੋ ਇਹਦੇ ਲਈ ਉਹਨੂੰ ਦੱਸਣਾ ਚਾਹੀਦਾ, ਇਸ ਸਿਖਲਾਈ ਦਾ ਪਾਰਟ ਹੈ ਕਿ ਉਹਨੂੰ ਉਚਿਤ ਆਰਾਮ ਦਾ ਮੌਕਾ ਵੀ ਮਿਲੇ। ਹੁਣ ਅੱਗੋਂ ਕੁਝ ਚੀਜ਼ਾਂ ਅਸੀਂ ਧਿਆਨ ਨਾਲ ਕਰਾਂਗੇ। ਇਹ ਹੈ ਜੀ ਗਰਮਾਉਣਾ। ਖੇਡ ਦੇ ਖੇਤਰ ਵਿੱਚ ਸਰੀਰ ਨੂੰ ਗਰਮਾਉਣਾ ਇੱਕ ਮਹੱਤਵਪੂਰਨ ਕਿਰਿਆ ਹੈ। ਖੇਡ ਮੁਕਾਬਲੇ ਜਾਂ ਖੇਡ ਅਭਿਆਸ ਤੋਂ ਪਹਿਲਾਂ ਹਲਕੀਆਂ ਕਸਰਤਾਂ ਰਾਹੀਂ ਸਰੀਰ ਨੂੰ ਗਰਮਾਇਆ ਜਾਂਦਾ ਹੈ। ਗਰਮਾਉਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਦਿਮਾਗ ਨੂੰ ਮੁਕਾਬਲੇ ਲਈ ਤਿਆਰ ਕੀਤਾ ਜਾਂਦਾ ਹੈ। ਗਰਮਾਉਣ ਦੀਆਂ ਕਿਸਮਾਂ ਦੇਖੋ ਜੀ, ਮੁੱਖ ਤੌਰ 'ਤੇ ਗਰਮਾਉਣ ਦੀਆਂ ਦੋ ਕਿਸਮਾਂ ਹਨ। ਦੇਖੋ ਧਿਆਨ ਨਾਲ, ਮਨੋਵਿਗਿਆਨਕ ਗਰਮਾਉਣਾ ਭਾਵ ਸਾਈਕੋਲੋਜੀਕਲੀ ਵਾਰਮਿੰਗ ਅਪ, ਅਤੇ ਦੂਜਾ ਹੈ ਸਰੀਰਕ ਗਰਮਾਉਣਾ ਫਿਜ਼ੀਕਲੀ ਵਾਰਮਿੰਗ। ਆਪ ਤੁਹਾਡੇ ਸਾਹਮਣੇ ਜਿਹੜਾ ਇਹ ਤੁਹਾਡੀ ਸਕਰੀਨ ਦੇ ਉੱਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਡਾਇਗਰਾਮ ਬਣੀ ਹੋਈ ਹੈ, ਇਹਨੂੰ ਧਿਆਨ ਨਾਲ ਦੇਖੋ। ਗਰਮਾਉਣਾ, ਮਨੋਵਿਗਿਆਨਕ ਗਰਮਾਉਣਾ, ਉਸ ਤੋਂ ਬਾਅਦ ਹੈਗਾ ਸਰੀਰਕ ਗਰਮਾਉਣਾ। ਸਰੀਰਕ ਗਰਮਾਉਣੇ ਦੇ ਅੱਗੋਂ ਦੋ ਹਿੱਸੇ ਹੈਗੇ ਆ ਜੀ, ਕਿਰਿਆਸ਼ੀਲ ਗਰਮਾਉਣਾ ਅਤੇ ਨਿਸ਼ਕਿਰਿਆਸ਼ੀਲ ਜਾਂ ਅਕਿਰਿਆਸ਼ੀਲ ਗਰਮਾਉਣਾ। ਹੁਣ ਜਿਹੜਾ ਕਿਰਿਆਸ਼ੀਲ ਗਰਮਾਉਣਾ ਇਹਦੇ ਅੱਗੋਂ ਦੋ ਹਿੱਸੇ ਫੇਰ ਨੇ, ਆਮ ਗਰਮਾਉਣਾ ਅਤੇ ਖਾਸ ਗਰਮਾਉਣਾ। ਇਸ ਨੂੰ ਮੈਂ ਤੁਹਾਡੇ ਸਕਰੀਨ 'ਤੇ ਥੋੜ੍ਹਾ ਜਿਹਾ ਫਲੈਸ਼ ਕਰ ਦਿਆਂ। ਆਹ ਦੇਖੋ ਫਲੈਸ਼ ਹੋ ਰਿਹਾ ਤਾਂ ਕਿ ਤੁਹਾਡਾ ਧਿਆਨ ਇਹਦੇ 'ਤੇ ਜਾਵੇ। ਇਸ ਚਾਰਟ ਨੂੰ ਜੇ ਤੁਸੀਂ ਬਣਾਉਂਦੇ ਹੋ ਤਾਂ ਧਿਆਨ ਨਾਲ ਜ਼ਰੂਰ ਸਿੱਖੋ ਅਤੇ ਬਣਾਓ। ਮਨੋਵਿਗਿਆਨਕ ਗਰਮਾਉਣਾ। ਮਨੋਵਿਗਿਆਨਕ ਗਰਮਾਉਣਾ ਕੀ ਹੈ? ਸਾਈਕੋਲੋਜੀਕਲੀ ਜਦੋਂ ਅਸੀਂ ਖਿਡਾਰੀ ਮਾਨਸਿਕ ਤੌਰ 'ਤੇ ਖੇਡ ਮੁਕਾਬਲੇ ਲਈ ਤਿਆਰ ਕੀਤਾ ਜਾਂਦਾ ਹੈ। ਹੁਣ ਇਹਦੇ ਵਿੱਚ ਕੀ ਹੈ? ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ, ਖਿਡਾਰੀਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਬਾਰੇ ਉਤਸ਼ਾਹਿਤ ਕਰਕੇ ਉਹਨੂੰ ਗਰਮਾਇਆ ਜਾ ਸਕਦਾ ਹੈ। ਵਿਰੋਧੀ ਖਿਡਾਰੀਆਂ ਦੀਆਂ ਕਮੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਉਹਨੂੰ ਗਰਮਾਇਆ ਜਾ ਸਕਦਾ ਹੈ। ਖਿਡਾਰੀਆਂ 'ਚ ਜਿੱਤਾਂ ਦਾ ਰਿਕਾਰਡ ਪੇਸ਼ ਕਰਕੇ ਗਰਮਾਇਆ ਜਾ ਸਕਦਾ ਹੈ। ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਠੀਕ ਹੈ, ਇਹਦੇ 'ਚ ਕੀ ਤਰੀਕਾ ਵੀ ਜੇ ਕੋਈ ਖਿਡਾਰੀ ਹੈ, ਕੋਈ ਉਹ ਥੋੜ੍ਹਾ ਦਿਲ ਹਾਰੀ ਬੈਠਾ, ਉਹਨੂੰ ਦੱਸੋ ਕਿ ਨਹੀਂ ਜਿਹੜੀ ਵਿਰੋਧੀ ਟੀਮ ਹੈ ਉਹਦੇ ਵਿੱਚ ਆਹ ਕਮੀਆਂ ਨੇ, ਤੇਰੇ 'ਚ ਗੁਣ ਨੇ, ਤੇਰੇ ਗੁਣ ਉਹਨਾਂ ਕਮੀਆਂ 'ਤੇ ਭਾਰੂ ਪੈਣਗੇ ਤਾਂ ਮਨੋਵਿਗਿਆਨਕ ਤੌਰ 'ਤੇ ਵਾਰਮ ਅਪ ਹੋ ਜਾਏਗਾ। ਦੂਜਾ ਹੈ ਸਰੀਰਕ ਗਰਮਾਉਣਾ। ਦੇਖੋ ਸਰੀਰਕ ਗਰਮਾਉਣਾ ਜਿਹੜਾ ਹੈ ਇਹ 'ਚ ਕੀ ਹੈ? ਫਿਜ਼ੀਕਲੀ ਉਹ ਕੁਝ ਐਕਸਰਸਾਈਜ਼ਸ ਕਰਦਾ ਜਿਨ੍ਹਾਂ ਦੇ ਨਾਲ ਉਹ ਆਪਣੇ ਆਪ ਨੂੰ ਗਰਮਾਉਂਦਾ। ਠੀਕ ਹੈ, ਵਾਰਮ ਅਪ ਕਰਦਾ। ਮੁਕਾਬਲੇ ਲਈ ਆਪਣੇ ਸਰੀਰ ਨੂੰ, ਠੰਡੇ ਸਰੀਰ ਨਾਲ ਮੁਕਾਬਲੇ ਨਾ ਜਿੱਤੇ ਜਾਂਦੇ ਨੇ ਨਾ ਲੜੇ ਜਾਂਦੇ ਨੇ।
ਕਿਰਿਆਸ਼ੀਲ ਗਰਮਾਉਣਾ ਇਹਦਾ ਇੱਕ ਪਾਰਟ ਹੈ। ਕਿਰਿਆਸ਼ੀਲ ਗਰਮਾਉਣ 'ਚ ਖਿਡਾਰੀ ਕਸਰਤਾਂ ਨਾਲ ਆਪਣੀਆਂ ਮਾਸਪੇਸ਼ੀਆਂ ਅਤੇ ਸਰੀਰਕ ਕਾਰਜ ਪ੍ਰਣਾਲੀਆਂ ਨੂੰ ਖੇਡਣ ਲਈ ਤਿਆਰ ਕਰਦਾ ਹੈ। ਇਹ ਕਿਰਿਆ ਮੁਕਾਬਲੇ ਦੀ ਤੀਬਰਤਾ ਅਨੁਸਾਰ 10 ਮਿੰਟ ਤੋਂ ਲੈ ਕੇ 30 ਮਿੰਟ ਤੱਕ, ਇਹ ਜਿਹੜਾ ਵਾਰਮ ਅਪ ਹੈ, ਇਹ ਜਿਸ ਤਰ੍ਹਾਂ ਦੀ ਤੁਹਾਡੀ ਐਕਟੀਵਿਟੀ ਹੈ ਉਸ ਤਰ੍ਹਾਂ 10 ਤੋਂ 30 ਮਿੰਟ ਤੱਕ ਹੋ ਸਕਦਾ ਹੈ। ਜਿਵੇਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਖਿਡਾਰੀ ਵਿੱਚ ਵੱਖ-ਵੱਖ ਕਿਰਿਆਵਾਂ ਕਰਦਾ ਹੋਇਆ ਸਰੀਰ ਨੂੰ ਗਰਮ ਕਰਦਾ ਹੈ। ਕਿਰਿਆਸ਼ੀਲ ਗਰਮਾਉਣ ਦੇ ਅੱਗੋਂ 2 ਪਾਰਟ ਨੇ, ਕਿਹੜੇ ਨੇ ਜੀ? ਆਮ ਗਰਮਾਉਣਾ। ਆਮ ਗਰਮਾਉਣ ਵਿੱਚ ਕੀ ਹੈ? ਹਲਕੀਆਂ ਕਸਰਤਾਂ ਜਿਵੇਂ ਜੰਪਿੰਗ, ਬਾਹਾਂ ਦੀਆਂ ਕਸਰਤਾਂ, ਲੱਤਾਂ ਦੀਆਂ ਕਸਰਤਾਂ, ਲੱਕ ਦੀਆਂ ਕਸਰਤਾਂ, ਭਾਵ ਪੂਰੇ ਸਰੀਰ ਦੀਆਂ ਕਸਰਤਾਂ ਜਾਂ ਹਰਕਤਾਂ ਸ਼ਾਮਲ ਨੇ। ਇਸ ਵਿੱਚ ਪੂਰੇ ਸਰੀਰ ਨੂੰ ਇੱਕਸਾਰ ਗਰਮਾਇਆ ਜਾਂਦਾ ਹੈ। ਆਮ ਗਰਮਾਉਣ ਦੀ ਕਿਰਿਆ ਹਰੇਕ ਵਿੱਚ ਲਗਭਗ ਸਮਾਨ ਹੁੰਦੀ ਹੈ। ਦੂਜਾ ਹੈ ਜੀ ਖਾਸ ਗਰਮਾਉਣਾ। ਜਿਹੜਾ ਖਾਸ ਗਰਮਾਉਣਾ ਹੈ, ਇਸ ਦੀ ਕਿਰਿਆ ਆਮ ਗਰਮਾਉਣ ਦੀ ਕਿਰਿਆ ਤੋਂ ਕੁਝ ਬਾਅਦ ਕੀਤੀ ਜਾਂਦੀ ਹੈ। ਇਸ ਵਿੱਚ ਖੇਡ ਦੇ ਅਨੁਸਾਰ ਵਿਸ਼ੇਸ਼ ਕਸਰਤਾਂ ਨਾਲ ਸਰੀਰ ਨੂੰ ਗਰਮ ਕੀਤਾ ਜਾਂਦਾ ਹੈ। ਖਾਸ ਗਰਮਾਉਣ ਦੀ ਕਿਰਿਆ ਵਿੱਚ ਸਿਰਫ ਉਹਨਾਂ ਸਰੀਰਕ ਅੰਗਾਂ ਨੂੰ ਗਰਮਾਉਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਜਿਨ੍ਹਾਂ ਅੰਗਾਂ ਦੀ ਖੇਡ ਵਿੱਚ ਅਹਿਮ ਭੂਮਿਕਾ ਹੈ। ਇਸ ਵਿੱਚ ਮੁਕਾਬਲੇ ਤੋਂ ਪਹਿਲਾਂ ਖੇਡ ਕੌਸ਼ਲਾਂ ਦਾ ਅਭਿਆਸ ਹੈ। ਮਤਲਬ ਦੇਖੋ, ਸਾਰੇ ਸਰੀਰ ਨੂੰ ਜਿਹੜਾ ਵਾਰਮ ਅਪ ਕਰਨਾ, ਗਰਮ ਕਰਨਾ ਹੈਗਾ ਜੀ, ਉਹ ਆਮ ਗਰਮਾਉਣਾ ਹੋ ਗਿਆ। ਉਦੋਂ ਬਾਅਦ ਜਿਹੜੇ ਸਰੀਰਕ ਅੰਗਾਂ ਦਾ ਖਾਸ ਤੌਰ 'ਤੇ ਜ਼ੋਰ ਲੱਗਣਾ, ਉਹਨਾਂ ਨੂੰ ਗਰਮਾਉਣਾ ਜਿਹੜਾ ਉਹ ਖਾਸ ਗਰਮਾਉਣਾ ਹੋ ਗਿਆ। ਫਿਰ ਉਸ ਤੋਂ ਬਾਅਦ ਹੈ ਨਿਸ਼ਕਿਰਿਆਸ਼ੀਲ ਗਰਮਾਉਣਾ। ਨਿਸ਼ਕਿਰਿਆਸ਼ੀਲ ਗਰਮਾਉਣਾ ਕੀ ਹੈ? ਨਿਸ਼ਕਿਰਿਆ ਗਰਮਾਉਣ ਤੋਂ ਭਾਵ ਹੈ ਬਿਨਾਂ ਕੋਈ ਕਸਰਤ ਕੀਤਿਆਂ ਸਰੀਰ ਨੂੰ ਗਰਮ ਕਰਨਾ। ਇਸ ਕਿਸਮ ਦੇ ਗਰਮਾਉਣ ਦੀ ਵਰਤੋਂ ਤਾਕਤ ਵਾਲੀਆਂ ਖੇਡਾਂ ਜਿਵੇਂ ਭਾਰ ਚੁੱਕਣ, ਕੁਸ਼ਤੀ, ਜੁੱਡੋ, ਕਬੱਡੀ ਆਦਿ ਖੇਡਾਂ ਦੇ ਖਿਡਾਰੀਆਂ ਵੱਲੋਂ ਜ਼ਿਆਦਾ ਕੀਤੀ ਜਾਂਦੀ ਹੈ। ਇਸ ਤਰੀਕੇ ਦੀ ਵਰਤੋਂ ਕਰਨ ਵਾਲੇ ਖਿਡਾਰੀਆਂ ਦਾ ਮੰਨਣਾ ਹੈ ਕਿ ਕਸਰਤਾਂ ਕਰਕੇ ਸਰੀਰ ਨੂੰ ਗਰਮਾਉਣ ਨਾਲ ਸਰੀਰ ਦੀ ਤਾਕਤ ਘਟਦੀ ਹੈ ਅਤੇ ਮੁਕਾਬਲੇ ਦੌਰਾਨ ਪ੍ਰਦਰਸ਼ਨ 'ਤੇ ਅਸਰ ਹੁੰਦਾ ਹੈ। ਨਿਸ਼ਕਿਰਿਆਸ਼ੀਲ ਗਰਮਾਉਣ ਲਈ ਖਿਡਾਰੀਆਂ ਵੱਲੋਂ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਸਰੀਰ ਨੂੰ ਧੁੱਪ ਵਿੱਚ ਬਹਿ ਕੇ ਗਰਮ ਕਰਨਾ, ਚਾਹ ਕੌਫੀ ਪੀ ਕੇ, ਮਾਲਿਸ਼ ਕਰਕੇ, ਭਾਫ ਦਾ ਇਸ਼ਨਾਨ ਕਰਕੇ ਗਰਮ ਕਰਨਾ। ਖੇਡ ਮਾਹਰਾਂ ਦਾ ਮੰਨਣਾ ਹੈ ਕਿ ਨਿਸ਼ਕਿਰਿਆਸ਼ੀਲ ਗਰਮਾਉਣ ਨਾਲ ਸਰੀਰਕ ਮਾਸਪੇਸ਼ੀਆਂ ਪੂਰੀ ਤਰ੍ਹਾਂ ਮੁਕਾਬਲੇ ਲਈ ਤਿਆਰ ਨਹੀਂ ਹੁੰਦੀਆਂ, ਇਸ ਕਰਕੇ ਖਿਡਾਰੀਆਂ ਨੂੰ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਸੋ ਇਹ ਬਹੁਤਾ ਚੰਗਾ ਸਾਧਨ ਨਹੀਂ ਹੈ। ਫਿਰ ਉਸ ਤੋਂ ਬਾਅਦ ਹੈ ਜੀ ਗਰਮਾਉਣ ਦੇ ਸਿਧਾਂਤ। ਹੁਣ ਗਰਮਾਉਣ ਲਈ ਕੁਝ ਸਿਧਾਂਤ ਵੀ ਨੇ ਜਿਨ੍ਹਾਂ ਦੇ ਉੱਤੇ ਅਮਲ ਕਰਨਾ ਬੜਾ ਜ਼ਰੂਰੀ ਹੈ। ਸਹੀ ਸਮੇਂ ਗਰਮਾਉਣਾ। ਖੇਡ ਦੇ ਦੌਰਾਨ ਗਰਮਾਉਣ ਦਾ ਦੂਜਾ ਲਾਭ ਲੈਣ ਲਈ ਖਿਡਾਰੀ ਨੂੰ ਠੀਕ ਸਮੇਂ 'ਤੇ ਆਪਣੇ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ। ਖੇਡ ਮੁਕਾਬਲਾ ਸ਼ੁਰੂ ਹੋਣ ਤੋਂ 20 ਤੋਂ 40 ਮਿੰਟ ਪਹਿਲਾਂ ਉਸ ਨੂੰ ਸਰੀਰ ਗਰਮਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਰੀਰ ਨੂੰ ਠੀਕ ਢੰਗ ਨਾਲ ਗਰਮ ਕਰ ਸਕੇ। ਉਹ ਇਸ ਕਿਰਿਆ ਨੂੰ ਜੇਕਰ ਦੇਰੀ ਨਾਲ ਸ਼ੁਰੂ ਕਰੇਗਾ ਤਾਂ ਉਸ ਦਾ ਸਰੀਰ ਠੀਕ ਤਰ੍ਹਾਂ ਗਰਮ ਨਹੀਂ ਹੋ ਸਕੇਗਾ, ਜਿਸ ਕਰਕੇ ਖਿਡਾਰੀ ਦੇ ਪ੍ਰਦਰਸ਼ਨ ਦੇ ਉੱਤੇ ਅਸਰ ਪਏਗਾ। ਦੂਜੇ ਨੰਬਰ 'ਤੇ ਸੌਖੇ ਤੋਂ ਔਖੇ ਵੱਲ ਦਾ ਸਿਧਾਂਤ। ਗਰਮਾਉਣ ਦੀ ਕਿਰਿਆ ਹਲਕੀ ਅਤੇ ਸੌਖੀਆਂ ਕਸਰਤਾਂ ਨਾਲ ਸ਼ੁਰੂ ਕਰਨੀ ਚਾਹੀਦੀ ਹੈ। ਜਿਵੇਂ ਜਿਵੇਂ ਸਰੀਰ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ, ਉਵੇਂ ਖਿਡਾਰੀ ਨੂੰ ਕਸਰਤਾਂ ਦੇ ਭਾਰ ਨੂੰ ਵਧਾਉਣਾ ਚਾਹੀਦਾ, ਭਾਵ ਸੌਖੇ ਤੋਂ ਔਖੇ ਵੱਲ ਦੀਆਂ ਕਸਰਤਾਂ ਵੱਲ ਜਾਣਾ ਚਾਹੀਦਾ ਹੈ। ਤੀਜਾ ਹੈ ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ। ਇਹਦੇ 'ਚ ਨਹੀਂ ਕਿ ਕੁਝ ਅੰਗਾਂ ਨੂੰ ਅਸੀਂ ਗਰਮਾਈਏ, ਔਰ ਇੱਕ ਨਾ ਗਰਮਾਉਣ ਸਮੇਂ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਤੁਸੀਂ ਕਿ ਜਾਂ ਤਾਂ ਸਿਰ ਤੋਂ ਪੈਰਾਂ ਵੱਲ ਨੂੰ ਗਰਮਾਉਣਾ ਸ਼ੁਰੂ ਕਰੀਏ ਜਾਂ ਫਿਰ ਪੈਰਾਂ ਤੋਂ ਸਿਰ ਵੱਲ ਨੂੰ। ਇੱਕ ਰਿਦਮ ਦੇ ਵਿੱਚ ਅਸੀਂ ਗਰਮਾਉਣਾ ਜਿਹੜਾ ਹੈ ਉਹ ਸ਼ੁਰੂ ਕਰਨਾ, ਅਤੇ ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ ਹੋਣੀਆਂ, ਹਰਕਤਾਂ ਹੋਣੀਆਂ ਜ਼ਰੂਰੀ ਹੈ। ਮੌਸਮ ਅਨੁਸਾਰ ਗਰਮਾਉਣਾ। ਦੇਖੋ, ਗਰਮੀਆਂ ਦੇ ਮੌਸਮ ਦੇ ਵਿੱਚ ਵਾਰਮ ਅਪ ਘੱਟ ਸਮੇਂ ਦੇ ਵਿੱਚ ਹੋ ਜਾਂਦਾ ਹੈ ਅਤੇ ਸਰਦੀਆਂ ਵਿੱਚ, ਸਿਆਲਾਂ ਵਿੱਚ ਜ਼ਿਆਦਾ। ਸੋ ਜਿਸ ਤਰ੍ਹਾਂ ਦੀ ਲੋੜ ਹੈ, ਜਿਸ ਤਰ੍ਹਾਂ ਦਾ ਮੌਸਮ ਹੈ, ਉਸ ਅਨੁਸਾਰ ਅਸੀਂ ਆਪਣੇ ਆਪ ਨੂੰ ਗਰਮਾਵਾਂਗੇ। ਮੁਕਾਬਲੇ ਦੀ ਤੀਬਰਤਾ ਦੇ ਅਨੁਸਾਰ ਮੁਕਾਬਲਾ ਕਿੱਦਾਂ ਦਾ ਹੈ, ਇਸ ਲਈ ਵੱਖ-ਵੱਖ ਖੇਡਾਂ ਲਈ ਗਰਮਾਉਣ ਦੀ ਪ੍ਰਕਿਰਿਆ ਵੱਖ ਹੈ। 100 ਮੀਟਰ ਦੀ ਦੌੜ ਅਤੇ 10,000 ਮੀਟਰ ਦੀ ਦੌੜ ਲਈ ਹੁਣ ਬਹੁਤ ਫਰਕ ਹੈ। ਕਿਵੇਂ ਗਰਮਾਵਾਂਗੇ, ਦੋਨਾਂ 'ਚ ਵੱਖ-ਵੱਖ ਹੋਏਗਾ। ਸੋ ਮੁਕਾਬਲਾ ਕਿਸ ਤਰ੍ਹਾਂ ਦਾ, ਉਸ ਹਿਸਾਬ ਹੀ ਅਸੀਂ ਆਪਣੇ ਆਪ ਨੂੰ ਗਰਮਾਉਂਦੇ ਹਾਂ। ਫਿਰ ਸਿਹਤ, ਉਮਰ ਅਤੇ ਲਿੰਗ ਅਨੁਸਾਰ ਮੁੰਡਿਆਂ ਅਤੇ ਕੁੜੀਆਂ ਦੀਆਂ ਕਸਰਤਾਂ ਵੱਖ-ਵੱਖ, ਉਮਰ ਦੇ ਹਿਸਾਬ ਕਸਰਤਾਂ ਵੱਖ-ਵੱਖ, ਅਤੇ ਗਰਮਾਉਣਾ ਜਿਹੜਾ ਤੁਹਾਡੀ ਸਿਹਤ ਦੇ ਅਨੁਸਾਰ ਵੀ ਵੱਖ-ਵੱਖ ਹੈ। ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਗਰਮਾਉਣਾ ਚਾਹੀਦਾ। ਇਸ ਤੋਂ ਬਾਅਦ ਇੱਕ ਇੰਪੋਰਟੈਂਟ ਪੱਖ ਆ ਜਾਂਦਾ ਜਿਸ 'ਚ ਖਿਡਾਰੀ ਬਹੁਤ ਅਣਗਹਿਲੀ ਕਰਦੇ ਨੇ, ਕੂਲਿੰਗ ਡਾਊਨ, ਠੰਡਾ ਕਰਨਾ। ਗਰਮਾਉਣ ਦੀ ਤਰ੍ਹਾਂ ਸਰੀਰ ਨੂੰ ਠੰਡਾ ਕਰਨਾ ਬਹੁਤ ਮਹੱਤਵਪੂਰਨ ਹੈ। ਬਹੁਤ ਸਾਰੇ ਗਰਮਾ ਲੈਂਦੇ ਨੇ, ਕਸਰਤ ਕਰ ਲੈਂਦੇ ਨੇ, ਲੇਕਿਨ ਕਸਰਤ ਕਰਦੇ ਕਰਦੇ ਆਪ ਨੂੰ ਉੱਥੇ ਹੀ ਛੱਡ ਦਿੰਦੇ ਨੇ। ਲਹੂ ਗੇੜ ਪ੍ਰਣਾਲੀ, ਸਾਹ ਕਿਰਿਆ ਪ੍ਰਣਾਲੀ ਅਤੇ ਮਾਸਪੇਸ਼ੀ ਪ੍ਰਣਾਲੀ ਬੜੀ ਤੇਜ਼ੀ ਨਾਲ ਕੰਮ ਕਰਦੀ ਹੈ ਜਦੋਂ ਅਸੀਂ ਐਕਸ਼ਨ ਚੁਣਦੇ ਹਾਂ। ਸਰੀਰ ਨੂੰ ਠੰਡਾ ਕਰਨ ਦੀ ਕਿਰਿਆ ਨਾਲ ਸਰੀਰ ਦੇ ਤਾਪਮਾਨ ਅਤੇ ਕਾਰਜ ਪ੍ਰਣਾਲੀਆਂ ਨੂੰ ਸਹੀ ਢੰਗ ਨਾਲ ਸਧਾਰਨ ਅਵਸਥਾ ਵਿੱਚ ਲਿਆਂਦਾ ਜਾਂਦਾ ਹੈ। ਖੇਡ ਖਤਮ ਹੋਣ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਟਰੈਕ ਸੂਟ ਪਾ ਲੈਣਾ ਚਾਹੀਦਾ ਹੈ ਤਾਂ ਕਿ ਗਰਮ ਹੋਏ ਸਰੀਰ ਨੂੰ ਠੰਡੀ ਹਵਾ ਨਾ ਲੱਗ ਸਕੇ। ਇਸ ਤੋਂ ਬਾਅਦ ਖਿਡਾਰੀ ਨੂੰ ਬਿਲਕੁਲ ਹਲਕੀ ਰਫ਼ਤਾਰ ਨਾਲ ਦੌੜਦੇ ਹੋਏ ਖੇਡ ਮੈਦਾਨ ਦੇ ਚੱਕਰ ਲਾਉਣੇ ਚਾਹੀਦੇ ਹਨ ਅਤੇ ਹਲਕੀਆਂ ਕਸਰਤਾਂ ਨਾਲ ਮਾਸਪੇਸ਼ੀਆਂ ਨੂੰ ਖਿੱਚਣਾ ਚਾਹੀਦਾ ਹੈ। ਇਸ ਨਾਲ ਖਿਡਾਰੀ ਦਾ ਸਰੀਰਕ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਦੀਆਂ ਸਰੀਰਕ ਪ੍ਰਣਾਲੀਆਂ ਦੀ ਸਧਾਰਨ ਅਵਸਥਾ ਆ ਜਾਂਦੀ ਹੈ। ਠੰਡਾ ਕਰਨ ਦੀ ਪ੍ਰਕਿਰਿਆ 5 ਤੋਂ 15 ਮਿੰਟ ਤੱਕ ਦਾ ਸਮਾਂ ਲੈਂਦੀ ਹੈ। ਇਸ ਕਿਰਿਆ ਰਾਹੀਂ ਸਰੀਰ ਨੂੰ ਠੰਡਾ ਕਰਨ ਨਾਲ ਖਿਡਾਰੀ ਦੀ ਥਕਾਵਟ ਘਟ ਜਾਂਦੀ ਹੈ, ਉਹ ਆਰਾਮ ਮਹਿਸੂਸ ਕਰਦਾ ਹੈ। ਹੁਣ ਠੰਡਾ ਕਰਨ ਦੇ ਸਰੀਰ ਉੱਪਰ ਪ੍ਰਭਾਵ ਕੀ ਨੇ? ਦੇਖੋ, ਪਹਿਲੀ ਗੱਲ, ਸਰੀਰ ਦਾ ਤਾਪਮਾਨ ਜਿਹੜਾ ਉਹ ਸਧਾਰਨ ਹੋ ਜਾਂਦਾ ਹੈ, ਜ਼ਿਆਦਾ ਨਹੀਂ ਰਹਿੰਦਾ। ਦੂਜਾ, ਸਰੀਰਕ ਪ੍ਰਣਾਲੀਆਂ ਦਾ ਸਧਾਰਨ ਹੋਣਾ। ਜੋ ਸਾਡੀਆਂ ਸਰੀਰਕ ਪ੍ਰਣਾਲੀਆਂ ਹਰਕਤ 'ਚ ਆਈਆਂ ਹੁੰਦੀਆਂ ਨੇ, ਜਿਵੇਂ ਕਿ ਧੜਕਣ,
ਆਮ 72 ਪ੍ਰਤੀ ਮਿੰਟ ਹੈ, ਪਰ ਵੱਧ ਕੇ 160 ਤੋਂ 170 ਤੱਕ ਚਲੀ ਜਾਂਦੀ ਹੈ। ਪਰ ਜਦੋਂ ਅਸੀਂ ਕੂਲ ਡਾਊਨ ਹੁੰਦੇ ਹਾਂ ਤਾਂ ਫਿਰ ਉਹ ਸਹੀ ਥਾਂ 'ਤੇ ਆ ਜਾਂਦੀ ਹੈ। ਠੀਕ ਹੈ। ਫਿਰ ਥਕਾਵਟ ਛੇਤੀ ਦੂਰ ਹੋਣਾ, ਜਦੋਂ ਅਸੀਂ ਕੋਈ ਤੇਜ਼ ਹਰਕਤ ਕਰਦੇ ਹਾਂ ਉਹਦੇ ਤੋਂ ਬਾਅਦ ਸਰੀਰ ਦੀ ਊਰਜਾ ਉਹਦੇ 'ਤੇ ਲੱਗੀ ਹੁੰਦੀ ਹੈ, ਲੇਕਿਨ ਜੇ ਅਸੀਂ ਕੂਲ ਡਾਊਨ ਹੋ ਜਾਂਦੇ ਹਾਂ ਤਾਂ ਸਾਡੀ ਥਕਾਵਟ ਜਿਹੜੀ ਆ ਉਹ ਛੇਤੀ ਦੂਰ ਹੋ ਜਾਂਦੀ ਹੈ। ਖਿਡਾਰੀ ਸਰੀਰ ਨੂੰ ਠੰਡਾ ਕਰਨ ਰਾਹੀਂ ਕਰਦਾ ਤਾਂ ਲੈਕਟਿਕ ਐਸਿਡ ਸਰੀਰ ਦੀਆਂ ਹੱਡੀਆਂ ਮਾਸਪੇਸ਼ੀਆਂ ਵਿੱਚ ਇਕੱਠਾ ਹੋ ਕੇ ਉਹਨਾਂ ਨੂੰ ਜਕੜ ਲੈਂਦਾ। ਦੇਖੋ ਬੜਾ ਜ਼ਰੂਰੀ ਪੱਖ ਹੈ। ਖੇਡਣ ਤੋਂ ਬਾਅਦ ਹਲਕੀਆਂ ਕਸਰਤਾਂ ਕਰਕੇ ਲੈਕਟਿਕ ਐਸਿਡ ਨੂੰ ਇੱਕ ਥਾਂ 'ਤੇ ਇਕੱਠਾ ਹੋਣ ਤੋਂ ਰੋਕਿਆ ਜਾ ਸਕਦਾ। ਜੇਕਰ ਖਿਡਾਰੀ ਸਰੀਰ ਨੂੰ ਠੰਡਾ ਨਹੀਂ ਕਰਦਾ ਤਾਂ ਲੈਕਟਿਕ ਐਸਿਡ ਸਰੀਰ ਦੀਆਂ ਵੱਡੀਆਂ ਮਾਸਪੇਸ਼ੀਆਂ ਭਾਵ ਮਸਲ 'ਚੋਂ ਇਕੱਠਾ ਹੋ ਕੇ ਉਹਨਾਂ ਨੂੰ ਜਕੜ ਲੈਂਦਾ। ਲੈਕਟਿਕ ਐਸਿਡ ਦੇ ਜੰਮਣ ਨਾਲ ਮਾਸਪੇਸ਼ੀਆਂ ਵਿੱਚ ਦਰਦ ਹੋਣ ਲੱਗ ਜਾਂਦਾ। ਮਾਸਪੇਸ਼ੀਆਂ ਦਾ ਦਰਦ ਕਈ ਦਿਨਾਂ ਤੱਕ ਰਹਿ ਸਕਦਾ ਹੈ, ਜਿਸ ਨਾਲ ਖਿਡਾਰੀ ਦੀ ਖੇਡਣ ਵਿੱਚ ਮੁਸ਼ਕਲ ਆਉਂਦੀ ਹੈ। ਅੱਗੇ ਹੈ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤੀ। ਜਦੋਂ ਅਸੀਂ ਕੂਲ ਡਾਊਨ ਕਰਦੇ ਹਾਂ ਤਾਂ ਜੋ ਸਾਡੇ ਸਰੀਰ ਵਿੱਚ ਖਿਚਾਅ ਆਇਆ ਹੁੰਦਾ ਜਾਂ ਹੋਰ ਕੋਈ ਕਿਸ ਤਰ੍ਹਾਂ ਦੀ ਟੈਨਸ਼ਨ ਆਈ ਹੁੰਦੀ ਹੈ, ਮਾਨਸਿਕ ਤਣਾਅ ਜੇ ਆਇਆ ਹੁੰਦਾ ਤਾਂ ਸਾਰਾ ਦੂਰ ਹੋ ਜਾਂਦਾ। ਕੰਪੀਟੀਸ਼ਨ ਕਈ ਵਾਰੀ ਬੜਾ ਸਖਤ ਹੁੰਦਾ, ਉਹਦੇ ਤੋਂ ਬਾਅਦ ਮਾਨਸਿਕ ਤੌਰ 'ਤੇ ਵੀ ਅਸੀਂ ਥੋੜ੍ਹੇ ਜਿਹੇ ਟੈਨਸ਼ਨ ਵਿੱਚ ਹੁੰਦੇ ਹਾਂ, ਲੇਕਿਨ ਕੂਲ ਡਾਊਨ ਹੋ ਕੇ ਅਸੀਂ ਉਹਦੇ ਤੋਂ ਵੀ ਬਹੁਤ ਛੇਤੀ ਨਿਜਾਤ ਹਾਸਲ ਕਰ ਲੈਂਦੇ ਹਾਂ। ਅੰਤਰਾਲ ਸਿਖਲਾਈ ਵਿਧੀ। ਖੇਡਾਂ ਦੇ ਖੇਤਰ ਵਿੱਚ ਸਹਿਣਸ਼ੀਲਤਾ ਦਾ ਅਹਿਮ ਯੋਗਦਾਨ ਹੁੰਦਾ ਹੈ। ਸਹਿਣਸ਼ੀਲਤਾ ਨੂੰ ਵਧਾਉਣ ਲਈ ਅੰਤਰਾਲ ਸਿਖਲਾਈ ਵਿਧੀ ਸਭ ਤੋਂ ਵਧੀਆ ਹੈ। ਅੰਤਰਾਲ ਤੋਂ ਭਾਵ ਕੀਤੇ ਜਾਣ ਵਾਲੇ ਦੋ ਕੰਮਾਂ ਦੇ ਵਿਚਲਾ ਸਮਾਂ ਹੈ। ਇਸ ਪ੍ਰਕਾਰ ਅੰਤਰਾਲ ਸਿਖਲਾਈ ਵਿਧੀ ਵਿੱਚ ਕੀਤੀ ਜਾ ਰਹੀ ਟ੍ਰੇਨਿੰਗ ਦੇ ਵਿਚਕਾਰ ਦਿੱਤੇ ਜਾਣ ਵਾਲੇ ਅੰਤਰਾਲ ਦੇ ਸਿਧਾਂਤ ਉੱਪਰ ਨਿਰਧਾਰਿਤ ਹੈ। ਇਸ ਸਿਖਲਾਈ ਰਾਹੀਂ ਦਿਲ ਦੇ ਕੰਮ ਕਰਨ ਦੀ ਯੋਗਤਾ ਨੂੰ ਵਧਾਇਆ ਜਾ ਸਕਦਾ ਹੈ। ਖਿਡਾਰੀ ਲੰਮੇ ਸਮੇਂ ਤੱਕ ਖੇਡ ਨੂੰ ਜਾਰੀ ਰੱਖ ਸਕਦਾ ਹੈ। ਲੰਮੀ ਦੂਰੀ ਦੀਆਂ ਦੌੜਾਂ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਇਹ ਸਿਖਲਾਈ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ। ਫਿਨਲੈਂਡ ਦੇ ਕੋਚ ਬਿਕਲਾ ਅਤੇ ਲੰਮੀ ਦੂਰੀ ਦੇ ਦੌੜਾਕ ਜੈਟੋਪੈਕ ਨੇ ਇਸ ਸਿਖਲਾਈ ਦੀ ਵਰਤੋਂ ਕਰਦੇ ਹੋਏ ਸਿੱਧ ਕੀਤਾ ਕਿ ਲਗਾਤਾਰ ਘੰਟਿਆਂ ਬੱਧੀ ਅਭਿਆਸ ਕਰਨ ਦੀ ਬਜਾਏ ਜੇਕਰ ਅਭਿਆਸ ਨੂੰ ਥੋੜ੍ਹੇ ਥੋੜ੍ਹੇ ਹਿੱਸਿਆਂ ਵਿੱਚ ਵੰਡ ਕੇ ਬਾਰ-ਬਾਰ ਦੁਹਰਾਇਆ ਜਾਵੇ ਤਾਂ ਸਹਿਣਸ਼ੀਲਤਾ ਉੱਪਰ ਸਾਰਥਕ ਪ੍ਰਭਾਵ ਪਏਗਾ। ਇਸ ਸਿਖਲਾਈ ਇਸ ਸਿਧਾਂਤ ਉੱਪਰ ਆਧਾਰਿਤ ਹੈ ਕਿ ਲਗਾਤਾਰ 10 ਕਿਲੋਮੀਟਰ ਦੌੜਨ ਨਾਲੋਂ ਜੇਕਰ ਛੋਟੇ ਅੰਤਰਾਲ ਕਰਕੇ 400 ਮੀਟਰ ਅਤੇ 25 ਚੱਕਰ ਲਾਏ ਜਾਣ ਤਾਂ ਖਿਡਾਰੀ ਦੀ ਯੋਗਤਾ ਵਿੱਚ ਜ਼ਿਆਦਾ ਸੁਧਾਰ ਕੀਤਾ ਜਾ ਸਕਦਾ ਹੈ। ਅੰਤਰਾਲ ਸਿਖਲਾਈ ਵਿਧੀ ਜਿਹੜੀ ਆ ਨਾ ਭਾਰ ਅਤੇ ਮੁੜ ਪ੍ਰਾਪਤੀ ਦੇ ਸਿਧਾਂਤ ਉੱਪਰ ਆਧਾਰਿਤ ਹੈ। ਇਹਦੇ ਵਿੱਚ ਕੀ ਚੀਜ਼ ਹੈ ਨਾ ਮੈਂ ਸਿੰਪਲ ਕਰਕੇ ਤੁਹਾਨੂੰ ਸਮਝਾ ਦੇਣਾ ਵੀ ਜਦੋਂ ਅਸੀਂ ਬਹੁਤ ਤੇਜ਼ ਹਰਕਤ ਵਿੱਚ ਕੋਈ ਐਕਟੀਵਿਟੀ ਕਰਦੇ ਹਾਂ ਸਾਡੇ ਦਿਲ ਦੀ ਧੜਕਣ 160 180 ਤੇ ਆ ਜਾਂਦੀ ਹੈ। ਬਹੁਤ ਤੇਜ਼ ਦੌੜ ਲਾਈ, ਧੜਕਣ ਵਧੀ, ਸਰੀਰ 'ਚ ਹਰਕਤ ਆਈ, ਉਸ ਤੋਂ ਬਾਅਦ ਉਹਨੂੰ ਕਿਹਾ ਬਹਿਣ ਨੂੰ ਨਹੀਂ ਕਹਿਣਾ, ਰੁਕਣ ਨੂੰ ਵੀ ਨਹੀਂ ਕਹਿਣਾ, ਉਹਨੂੰ ਕਿਹਾ ਕਿ ਜੋਗਿੰਗ ਕਰ ਲੈ। ਫਿਰ ਉਹ ਧੜਕਣ 120 30 ਤੇ ਆ ਗਈ, ਉਸ ਤੋਂ ਬਾਅਦ ਫਿਰ ਉਹਨੂੰ ਕਿਹਾ ਸਪ੍ਰਿੰਟ ਲਾ ਲਾ। ਇਸ ਤਰੀਕੇ ਨਾਲ ਉਹ ਐਕਟਿਵ ਰੈਸਟ ਕਰਦਾ, ਮਤਲਬ ਉਹ ਰੈਸਟ ਦੇ ਵਿੱਚ ਉਹ ਪੈਸਿਵ ਨਹੀਂ ਹੁੰਦਾ, ਬੁੱਝਦਾ ਨਹੀਂ ਹੈ, ਐਕਟਿਵਲੀ ਰੈਸਟ ਕਰਦਾ, ਐਕਟਿਵਲੀ ਫਿਰ ਪਾਰਟੀਸਪੇਟ ਕਰਦਾ। ਸੋ ਅੰਤਰਾਲ ਸਿਖਲਾਈ ਵਿਧੀ ਦੇ ਵਿੱਚ ਉਹ ਕਦੇ ਕਦੇ ਉਹਦੇ 'ਤੇ ਫਿਰ ਭਾਰ ਪਾਇਆ ਜਾਂਦਾ, ਫਿਰ ਉਹਨੂੰ ਥੋੜ੍ਹਾ ਰਿਲੈਕਸ ਕੀਤਾ ਜਾਂਦਾ, ਫਿਰ ਭਾਰ ਪਾਇਆ ਜਾਂਦਾ, ਜਿਹਦੇ ਨਾਲ ਕਿ ਉਸ ਖਿਡਾਰੀ ਨੂੰ ਬੜਾ ਫਾਇਦਾ ਹੁੰਦਾ। ਉਹਦੀ ਜਿਹੜੀ ਐਨਰਜੀ ਆ ਉਹਨੂੰ ਸਾਂਭ ਕੇ ਤੁਰਦਾ ਅਤੇ ਨਾਲ ਉਹ ਪਾਰਟ ਵਾਈਜ਼ ਜਿਹੜੀ ਸਿਖਲਾਈ ਹਾਸਲ ਕਰਦਾ ਉਹਦੇ 'ਚੋਂ ਲੰਮਾ ਸਮਾਂ ਤੱਕ ਪਰਫੋਰਮ ਕਰ ਸਕਦਾ। ਇਹ ਤੁਸੀਂ ਪਹਿਰਾ ਸਕਰੀਨ 'ਤੇ ਤੁਹਾਡੇ ਦਿੱਤਾ ਹੋਇਆ, ਇਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੈਗੇ। ਹੁਣ ਅੰਤਰਾਲ ਸਿਖਲਾਈ ਵਿਧੀ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇੱਕ ਹੈ ਗਹਿਣ ਵਿਧੀ। ਅੰਤਰਾਲ ਸਿਖਲਾਈ ਵਿਧੀ ਦੇ ਇਸ ਤਰੀਕੇ ਵਿੱਚ ਦੌੜ ਦੀ ਦੂਰੀ ਘੱਟ ਰੱਖੀ ਜਾਂਦੀ ਹੈ ਪਰ ਦੌੜ ਦਾ ਵੇਗ ਤੇਜ਼ ਹੁੰਦਾ ਹੈ। ਇਸ ਵਿੱਚ ਖਿਡਾਰੀ ਆਪਣੀ ਯੋਗਤਾ 80% 100% ਤੱਕ ਲਾਉਂਦਾ ਹੋਇਆ ਭਾਵ ਆਪਣੀ ਪੂਰੀ ਗਤੀ ਨਾਲ ਕੰਮ ਕਰਦਾ ਹੈ। ਦਿਲ ਦੀ ਧੜਕਣ 170 ਤੋਂ 200 ਤੱਕ ਪਹੁੰਚ ਜਾਂਦੀ ਹੈ। ਹੁਣ ਕੀ ਹੈ ਇਹਦੇ ਵਿੱਚ, ਜੇ ਦੌੜ 100 ਮੀਟਰ ਦੀ ਹੈ ਅਤੇ ਉਹਨੂੰ ਅਸੀਂ ਕਹਾਂਗੇ ਵੀ 70 ਦੀ ਲਾਉਣੀ ਹੈ ਅਤੇ ਪੂਰੀ ਖਿੱਚ ਕੇ ਲਾਉਣੀ ਹੈ, ਫਿਰ ਉਹ ਪੂਰੀ ਐਫਰਟ ਲਾਉਂਦਾ ਹੈ ਅਤੇ ਫਿਰ ਰਿਜ਼ਲਟ ਜੋ ਆਉਂਦਾ ਤੁਹਾਡੇ ਸਾਹਮਣੇ ਆ, ਧੜਕਣ ਕਿੱਥੇ ਪਹੁੰਚ ਜਾਂਦੀ ਹੈ। ਫਿਰ ਹੈ ਵਿਸਤਾਰ ਵਿਧੀ। ਇਸ ਵਿੱਚ ਖਿਡਾਰੀ ਆਪਣੀ 60 ਤੋਂ 80% ਤੱਕ ਗਤੀ ਨਾਲ ਕੰਮ ਕਰਦਾ ਹੋਇਆ ਦੌੜ ਲਾਉਂਦਾ ਹੈ। ਇਸ ਵਿੱਚ ਦੌੜ ਦੀ ਦੂਰੀ ਵੱਧ ਜਾਂਦੀ ਹੈ ਜਦ ਕਿ ਵੇਗ ਜਿਹੜੀ ਉਹਦੀ ਰਫ਼ਤਾਰ ਆ ਉਹ ਮੱਧ ਦਰਜੇ ਦੀ ਹੋ ਜਾਂਦੀ ਹੈ। ਇਸ ਸਿਖਲਾਈ ਦੌਰਾਨ ਦਿਲ ਦੀ ਧੜਕਣ 140 ਤੋਂ 180 ਪ੍ਰਤੀ ਮਿੰਟ ਹੁੰਦੀ ਹੈ। ਹੁਣ ਅੰਤਰਾਲ ਸਿਖਲਾਈ ਵਿਧੀ ਦੇ ਲਾਭ ਕੀ ਨੇ ਦੇਖੋ ਤੁਹਾਡੀ ਸਕਰੀਨ 'ਤੇ ਲਿਖੇ ਨੇ ਜੀ। ਇਸ ਸਿਖਲਾਈ ਦੀ ਸਹਾਇਤਾ ਨਾਲ ਥੋੜ੍ਹੇ ਸਮੇਂ ਵਿੱਚ ਹੀ ਸਹਿਣਸ਼ੀਲਤਾ ਨੂੰ ਵਧਾਇਆ ਜਾ ਸਕਦਾ ਹੈ। ਇਸ ਵਿਧੀ ਨਾਲ ਖਿਡਾਰੀ ਖੇਡਣ ਤੋਂ ਬਾਅਦ ਛੇਤੀ ਆਰਾਮ ਦੀ ਸਥਿਤੀ ਵਿੱਚ ਆ ਜਾਂਦਾ ਹੈ। ਦਿਲ ਦੇ ਕੰਮ ਕਰਨ ਦੀ ਯੋਗਤਾ ਵਿੱਚ ਸੁਧਾਰ ਹੁੰਦਾ ਹੈ। ਖਿਡਾਰੀ ਆਪਣੀ ਪ੍ਰਗਤੀ ਦਾ ਕੀ ਪ੍ਰੋਗਰੈਸ ਉਹਨੇ ਕੀਤੀ ਹੈ ਖੁਦ ਅੰਦਾਜ਼ਾ ਲਾ ਸਕਦਾ ਹੈ। ਕੋਚ ਦੁਆਰਾ ਪੂਰੀ ਸਿਖਲਾਈ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਅਤੇ ਕੰਮ ਦੇ ਭਾਰ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਚੱਕਰ ਸਿਖਲਾਈ ਵਿਧੀ। ਹੁਣ ਅੱਗੇ ਮੇਨ ਤੁਹਾਡੀ ਚੀਜ਼ ਆ ਇਹ ਸਰਕਟ ਸਿਖਲਾਈ ਵਿਧੀ। ਇਹਦੇ 'ਤੇ ਵੱਖਰਾ ਨੋਟ ਤੁਹਾਨੂੰ ਆ ਜਾਂਦਾ। ਇਸ ਸਿਖਲਾਈ ਵਿਧੀ ਦੀ ਸ਼ੁਰੂਆਤ ਲੀਡਸ ਯੂਨੀਵਰਸਿਟੀ
ਜਿਹੜੀ ਹੈ ਉਹਦੇ 'ਚ RE ਮੋਰਗਨ ਅਤੇ GT ਐਡਮਸਨ ਨੇ ਕੀਤੀ। ਚੱਕਰ ਸਿਖਲਾਈ ਵਿਧੀ ਦਾ ਬਹੁਤ ਹੀ ਮਹੱਤਵਪੂਰਨ ਤਰੀਕਾ ਇਹ ਹੈ ਕਿ ਜਿਸ ਵਿੱਚ ਇੱਕ ਚੱਕਰ ਵਿੱਚ ਤਰਤੀਬਵਾਰ ਅਤੇ ਵਿਗਿਆਨਕ ਢੰਗ ਨਾਲ ਉਲੀਕੀਆਂ ਗਈਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ। ਖਿਡਾਰੀ ਦੀ ਯੋਗਤਾ ਅਤੇ ਪੱਧਰ ਦੇ ਅਨੁਸਾਰ ਇੱਕ ਚੱਕਰ ਵਿੱਚ 6 ਤੋਂ 10 ਕਸਰਤਾਂ ਹੁੰਦੀਆਂ ਹਨ ਅਤੇ ਇਸ ਉਲੀਕੇ ਗਏ ਚੱਕਰ ਨੂੰ ਕਈ ਵਾਰ ਦੁਹਰਾਇਆ ਜਾਂਦਾ ਹੈ। ਆਮ ਤੌਰ 'ਤੇ ਇੱਕ ਸਮੇਂ ਇੱਕ ਚੱਕਰ ਨੂੰ 3 ਤੋਂ 4 ਵਾਰ ਕੀਤਾ ਜਾਂਦਾ ਹੈ, ਪਰ ਹਰੇਕ ਚੱਕਰ ਤੋਂ ਬਾਅਦ ਖਿਡਾਰੀ ਨੂੰ ਆਰਾਮ ਦੇਣਾ ਜ਼ਰੂਰੀ ਹੁੰਦਾ ਹੈ। ਚੱਕਰ ਸਿਖਲਾਈ ਜਾਂ ਸਰਕਟ ਸਿਖਲਾਈ ਵਿਧੀ ਖਿਡਾਰੀ ਦੀ ਤਕਨੀਕੀ ਤਿਆਰੀ ਵਿੱਚ ਅਹਿਮ ਰੋਲ ਪਲੇ ਕਰਦੀ ਹੈ। ਚੱਕਰ ਸਿਖਲਾਈ ਵਿਧੀ ਨੂੰ ਖਿਡਾਰੀ ਦੀ ਸਰੀਰਕ ਯੋਗਤਾ ਨੂੰ ਸੁਧਾਰਨ ਲਈ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ, ਪਰ ਕੁਝ ਖੇਡ ਵਿਗਿਆਨੀਆਂ ਅਤੇ ਕੋਚਾਂ ਦਾ ਮੰਨਣਾ ਹੈ ਕਿ ਸਰੀਰਕ ਯੋਗਤਾ ਦੇ ਬਾਕੀ ਅੰਗਾਂ ਨਾਲੋਂ ਚੱਕਰ ਸਿਖਲਾਈ ਤਾਕਤ ਅਤੇ ਸਹਿਣਸ਼ੀਲਤਾ ਨੂੰ ਸੁਧਾਰਨ ਲਈ ਜ਼ਿਆਦਾ ਲਾਹੇਵੰਦ ਹੁੰਦੀ ਹੈ। ਇੱਕ ਸਧਾਰਨ ਚੱਕਰ ਵਿੱਚ 6 ਤੋਂ 10 ਤੱਕ ਕਸਰਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਹਰੇਕ ਕਸਰਤ ਦੂਜੀ ਕਸਰਤ ਤੋਂ ਅਲੱਗ ਹੋਣੀ ਚਾਹੀਦੀ ਹੈ। ਇਹ ਕਸਰਤਾਂ ਇਸ ਤਰੀਕੇ ਨਾਲ ਉਲੀਕਣੀਆਂ ਚਾਹੀਦੀਆਂ ਹਨ ਕਿ ਮਾਸਪੇਸ਼ੀਆਂ ਦੇ ਹਰੇਕ ਵਰਗ ਦੀ ਕਸਰਤ ਹੋ ਸਕੇ। ਚੱਕਰ ਸਿਖਲਾਈ ਵਿਧੀ ਨੂੰ ਅਨੁਕੂਲਨ ਦੀਆਂ 3 ਵਿਧੀਆਂ ਲਗਾਤਾਰ ਵਿਧੀ, ਅੰਤਰਾਲ ਵਿਧੀ ਅਤੇ ਦੁਹਰਾਈ ਵਿਧੀ ਦੀ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ, ਪਰ ਆਮ ਤੌਰ 'ਤੇ ਚੱਕਰ ਸਿਖਲਾਈ ਵਿੱਚ ਲਗਾਤਾਰ ਵਿਧੀ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਇਸ ਵਿਧੀ ਵਿੱਚ ਕੋਚ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਕਸਰਤਾਂ ਬਿਨਾਂ ਕਿਸੇ ਆਰਾਮ ਤੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਲਗਾਤਾਰ ਵਿਧੀ ਵਿੱਚ ਕਸਰਤ ਪੂਰੀ ਹੋਣ ਉਪਰੰਤ ਹੀ ਆਰਾਮ ਦਿੱਤਾ ਜਾਂਦਾ ਹੈ। ਅੰਤਰਾਲ ਵਿਧੀ ਵਿੱਚ ਸਿਖਲਾਈ ਦੀ ਤੀਬਰਤਾ ਵਧੇਰੇ ਹੁੰਦੀ ਹੈ ਅਤੇ ਕਸਰਤਾਂ ਨੂੰ ਤੇਜ਼ ਗਤੀ ਨਾਲ ਕੀਤਾ ਜਾਂਦਾ ਹੈ। ਇੱਕ ਚੱਕਰ ਪੂਰਾ ਹੋਣ ਉਪਰੰਤ ਅਧੂਰਾ ਆਰਾਮ ਦਿੱਤਾ ਜਾਂਦਾ ਹੈ ਅਤੇ ਖਿਡਾਰੀ ਨੂੰ ਦੁਬਾਰਾ ਕਸਰਤ ਕਰਨ ਲਈ ਕਿਹਾ ਜਾਂਦਾ ਹੈ। ਚੱਕਰ ਵਿੱਚ ਕਸਰਤਾਂ ਵਿਧਾਨਪੂਰਵਕ ਚੁਣਨੀਆਂ ਹੁੰਦੀਆਂ ਹਨ। ਇਹਨਾਂ ਕਸਰਤਾਂ ਵਿੱਚ ਲੋੜ ਪੈਣ 'ਤੇ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਕਸਰਤਾਂ ਖੇਡ ਅਤੇ ਸਿਖਲਾਈ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਉਲੀਕਣੀਆਂ ਚਾਹੀਦੀਆਂ ਹਨ। ਚੱਕਰ ਵਿਚਲੀਆਂ ਕਸਰਤਾਂ ਖਿਡਾਰੀ ਦੀ ਯੋਗਤਾ ਅਤੇ ਪੱਧਰ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਜਿਵੇਂ ਜਿਵੇਂ ਖਿਡਾਰੀ ਦੀ ਯੋਗਤਾ ਵਿੱਚ ਸੁਧਾਰ ਹੁੰਦਾ ਜਾਂਦਾ ਹੈ, ਉਸ ਦੀਆਂ ਕਸਰਤਾਂ ਦੇ ਭਾਰ ਨੂੰ ਵਧਾਇਆ ਜਾ ਸਕਦਾ ਹੈ ਅਤੇ ਆਰਾਮ ਦੇ ਸਮੇਂ ਨੂੰ ਘੱਟ ਕੀਤਾ ਜਾ। ਸਰਕਟ ਸਿਖਲਾਈ ਆ, ਦੇਖੋ ਕੀ ਹੋ ਰਿਹਾ। ਇੱਕ ਸੈੱਟ ਬਣਿਆ ਹੋਇਆ ਪੂਰਾ ਕਸਰਤਾਂ ਦਾ, ਠੀਕ ਹੈ। ਤੁਸੀਂ ਗਰਾਊਂਡ ਵਿੱਚ ਵੀ ਕਰਦੇ ਹੋ, ਕਦੇ ਭੱਜਦੇ ਹੋ, ਫਿਰ ਕਿਸੇ ਚੀਜ਼ ਦੇ ਉੱਤੋਂ ਦੀ ਟੱਪਦੇ ਹੋ, ਫਿਰ ਕੁਝ ਕੁੱਪੇ ਰੱਖੇ ਹੁੰਦੇ ਨੇ, ਕੋਣ ਰੱਖੇ ਹੁੰਦੇ ਨੇ, ਉਹਨਾਂ ਨੂੰ ਟੱਚ ਕਰਦੇ ਹੋ, ਫਿਰ ਮੁੜਦੇ ਹੋ, ਫਿਰ ਜਾਂਦੇ ਹੋ, ਫਿਰ ਜੰਪ ਕਰਦੇ ਹੋ, ਫਿਰ ਕੋਈ ਖਾਈ ਟੱਪਦੇ ਹੋ। ਮਤਲਬ ਇੱਕ ਸਰਕਟ ਬਣਿਆ ਹੁੰਦਾ ਕੋਚ ਵੱਲੋਂ, ਉਹਦੇ ਅਕੋਰਡਿੰਗਲੀ ਇੱਕ ਸਰਕਲ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਕਸਰਤਾਂ ਨੂੰ ਕਰਦੇ ਹੋ, ਠੀਕ ਹੈ ਜੀ। ਇਹ ਤੁਹਾਡੇ ਸਾਹਮਣੇ ਚਿੱਤਰ ਹੈ, ਤੁਸੀਂ ਇਹਨੂੰ ਦੇਖ ਲਿਆ। ਉਸ ਤੋਂ ਅੱਗੇ ਹੁਣ ਆਪਾਂ ਚੱਲਦੇ ਹਾਂ। ਚੱਕਰ ਵਿਚਲੀਆਂ ਕਸਰਤਾਂ ਖਿਡਾਰੀ ਦੀ ਯੋਗਤਾ ਦੇ ਪੱਧਰ ਦੇ ਅਨੁਸਾਰ ਹੋਣੀਆਂ ਚਾਹੀਦੀਆਂ। ਜਿਵੇਂ ਜਿਵੇਂ ਖਿਡਾਰੀ ਦੀ ਯੋਗਤਾ ਸੁਧਾਰ ਹੁੰਦੀ ਹੈ, ਉਸ ਦੀਆਂ ਕਸਰਤਾਂ ਦੇ ਭਾਰ ਨੂੰ ਵਧਾਇਆ ਜਾ ਸਕਦਾ ਹੈ ਅਤੇ ਸਮੇਂ ਦੇ ਆਰਾਮ ਦੇ ਸਮੇਂ ਨੂੰ ਘਟਾਇਆ ਜਾ ਸਕਦਾ ਹੈ। ਇੱਕ ਮਾਹਰ ਕੋਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਕਿ ਉਸ ਕੋਲ ਖਿਡਾਰੀ ਸਿਖਲਾਈ ਪ੍ਰਾਪਤ ਕਰ ਰਿਹਾ, ਮਿਹਨਤ ਕਰ ਰਿਹਾ, ਪਰ ਅਣਉਚਿਤ ਵਾਧੂ ਭਾਰ ਤੋਂ ਬਚਣਾ ਜ਼ਰੂਰੀ ਹੈ। ਵੀ ਖਿਡਾਰੀ ਜੋ ਉਹਦੇ ਕੋਲ ਆ ਰਿਹਾ, ਉਹਨੂੰ ਆਪਾਂ ਵਾਧੂ ਭਾਰ ਨਾ ਪਾਇਆ ਜਾਵੇ, ਉਹਨੂੰ ਸਹੀ ਟਾਰਗੇਟ ਦੇ ਕੇ ਸਹੀ ਕੰਮ ਦਿੱਤਾ ਜਾਵੇ। ਹੁਣ ਚੱਕਰ ਸਿਖਲਾਈ ਵਿਧੀ ਦੇ ਲਾਭ ਕੀ ਨੇ ਜੀ? ਚੱਕਰ ਸਿਖਲਾਈ ਵਿਧੀ ਥੋੜ੍ਹੀ ਥਾਂ ਵਿੱਚ ਹੀ ਕੀਤੀ ਜਾ ਸਕਦੀ ਹੈ। ਇਹ ਸਿਖਲਾਈ ਕਿਸੇ ਵੀ ਮੌਸਮ ਵਿੱਚ ਬਾਹਰ ਜਾਂ ਅੰਦਰ ਕੀਤੀ ਜਾ ਸਕਦੀ ਹੈ। ਕਈ ਖਿਡਾਰੀ ਇੱਕੋ ਸਮੇਂ ਇਕੱਠੇ ਅਭਿਆਸ ਕਰ ਸਕਦੇ ਹਨ। ਕੋਚ ਆਪਣੀ ਨਿਗਰਾਨੀ ਵਿੱਚ ਹਰੇਕ ਖਿਡਾਰੀ ਨੂੰ ਸਿਖਲਾਈ ਦੇ ਸਕਦਾ ਹੈ ਅਤੇ ਮੌਕੇ 'ਤੇ ਖਿਡਾਰੀ ਵੱਲੋਂ ਕੀਤੀ ਗਲਤੀ ਨੂੰ ਸੁਧਾਰ ਸਕਦਾ ਹੈ। ਇਹ ਸਿਖਲਾਈ ਉਪਕਰਨਾਂ ਇਕਵਿਪਮੈਂਟਸ ਨਾਲ ਅਤੇ ਬਿਨਾਂ ਉਪਕਰਨਾਂ ਤੋਂ ਕੀਤੀ ਜਾ ਸਕਦੀ ਹੈ। ਖਿਡਾਰੀ ਦੀ ਯੋਗਤਾ ਅਨੁਸਾਰ ਕਸਰਤ ਦੇ ਭਾਰ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਅੱਜ ਤੁਹਾਡੇ ਸਾਹਮਣੇ ਪ੍ਰਸ਼ਨ ਨੇ 1 ਅੰਕ ਵਾਲੇ, 1 2 3, 2 ਅੰਕਾਂ ਵਾਲੇ, 1 2 3, ਉਸ ਤੋਂ ਬਾਅਦ 3 ਅੰਕਾਂ ਵਾਲੇ, ਪ੍ਰਸ਼ਨ ਨੰਬਰ 7, 8 ਅਤੇ 9, 5 ਅੰਕਾਂ ਵਾਲੇ, ਪ੍ਰਸ਼ਨ ਨੰਬਰ 10, 11 ਅਤੇ 12।